ਧੰਨ ਵਾਹਿਗੁਰੂ ਸਾਹਿਬ ਜੀਓ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੋ ਆਪ ਜੀਆਂ ਦੇ ਨਾਲ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਸ਼ਾਹਕਾਰ ਰਚਨਾ ਆਨੰਦ ਸਾਹਿਬ ਦੀ ਪਾਵਨ ਬਾਣੀ ਨੂੰ ਲੜੀਵਾਰ ਸਾਂਝਿਆ ਕਰਨ ਦਾ ਯਤਨ ਕਰ ਰਿਹਾ ਹਾਂ। ਸੋ ਤਿਸ ਲੜੀ ਦੇ ਤਹਿਤ 11ਵੀਂ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਅਦਬ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੇ ਰਾਹੀਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਜ਼ਿੰਦਗੀ ਦੇ ਕਿਹੜੇ ਵਡਮੁੱਲੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਉਪਦੇਸ਼ਾਂ ਨੂੰ ਸੁਣ ਕੇ ਸਮਝ ਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਅਸੀਂ ਆਪਣੇ ਜੀਵਨ ਨੂੰ ਸੁਖਾਲਾ ਅਤੇ ਗੁਰੂ ਆਸ਼ੇ ਮੁਤਾਬਕ ਜਿਉ ਸਕੀਏ। ਇਸ ਪਾਵਨ ਪੌੜੀ ਦੇ ਵਿੱਚੋਂ ਇਸ ਗੱਲ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਸਤਿਗੁਰੂ ਜੀ ਮਿਹਰਾਮਤ ਕਰਨ। ਆਓ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਘਰ ਦੀ ਮਰਿਆਦਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਫਤਿਹ ਦੇ ਨਾਲ ਸਾਂਝ ਪਾ ਲਈਏ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਇਸ ਪਾਵਨ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਜਿਵੇਂ ਕਿ ਪਹਿਲਾਂ ਵੀ ਆਪ ਜੀ ਦੇ ਨਾਲ ਇਹ ਬੇਨਤੀ ਸਾਂਝੀ ਕੀਤੀ ਸੀ ਕਿ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਬਾਰ-ਬਾਰ ਇਸ ਮਨ ਨੂੰ ਸਮਝਾਉਂਦਿਆਂ ਹੋਇਆਂ ਸੰਬੋਧਨ ਕੀਤਾ ਹੈ।
ਕੱਲ ਦੀ ਪੌੜੀ ਦੇ ਵਿੱਚ ਵੀ ਆਪਾਂ ਇਸ ਵਿਚਾਰ ਨੂੰ ਸਮਝਿਆ ਸੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਸਤਿਗੁਰੂ ਜੀ ਉਥੇ ਮਨ ਨੂੰ ਚੰਚਲ ਕਹਿ ਰਹੇ ਨੇ। ਸੋ ਇੱਥੇ ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਇਸ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਸਾਨੂੰ ਸਮਝਾਉਂਦੇ ਨੇ। ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਜੀ ਨੇ ਜਿਵੇਂ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਵੀ ਸਮਝਾਉਂਦਾ ਹੈ ਅਤੇ ਝਿੜਕ ਝੰਬ ਕੇ ਵੀ ਮਾਂ-ਬਾਪ ਜਿਹੜੇ ਨੇ ਉਹ ਬੱਚੇ ਨੂੰ ਸਮਝਾਉਂਦੇ ਨੇ। ਭਾਵੇਂ ਮਾਂ-ਬਾਪ ਬੱਚੇ ਨੂੰ ਪਿਆਰ ਦੇ ਨਾਲ ਕੋਈ ਗੱਲ ਸਮਝਾਉਣ ਤੇ ਜੇ ਬੱਚਾ ਪਿਆਰ ਦੇ ਨਾਲ ਨਾ ਆਖੇ ਲੱਗੇ, ਨਾ ਉਸ ਗੱਲ ਨੂੰ ਸਮਝੇ, ਨਾ ਮੰਨੇ, ਤੇ ਕਈ ਵਾਰੀ ਮਾਤਾ ਪਿਤਾ ਜਿਹੜੇ ਨੇ ਉਹ ਬੱਚੇ ਦੇ ਉੱਤੇ ਕ੍ਰੋਧਿਤ ਵੀ ਹੋ ਜਾਂਦੇ ਨੇ, ਬੱਚੇ ਨੂੰ ਝਾੜ ਝੰਬ ਵੀ ਦਿੰਦੇ ਨੇ, ਉਹਨੂੰ ਗੁੱਸੇ ਵੀ ਹੁੰਦੇ ਨੇ। ਸੋ ਇਹਨਾਂ ਦੋਹਾਂ ਹੀ ਅਵਸਥਾਵਾਂ ਦੇ ਵਿੱਚ ਮਾਂ-ਬਾਪ ਦਾ ਜਿਹੜਾ ਪਿੱਛੇ ਮਨੋਰਥ ਹੁੰਦਾ ਹੈ, ਭਾਵਨਾ ਹੁੰਦੀ ਹੈ, ਉਹ ਭਾਵਨਾ ਇਹ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹ ਚੰਗੇ ਰਸਤੇ ਦੇ ਉੱਤੇ ਤੁਰੇ, ਉਹ ਗਲਤ ਪਾਸੇ ਨਾ ਜਾਵੇ। ਠੀਕ ਉਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਾਣੀ ਦੇ ਵਿੱਚ ਮਾਂ-ਬਾਪ ਵਾਲਾ ਰੋਲ ਜਿਹੜਾ ਹੈ ਉਹ ਅਦਾ ਕੀਤਾ ਹੈ, ਮਾਪਿਆਂ ਵਾਲਾ। ਕਿਤੇ ਸਤਿਗੁਰੂ ਜੀ ਨੇ ਇਸ ਮਨ ਨੂੰ ਪਿਆਰ ਦੇ ਨਾਲ ਸਮਝਾਇਆ ਹੈ ਤੇ ਕਿਤੇ ਸਤਿਗੁਰੂ ਜੀ ਇਸ ਮਨ ਨੂੰ ਝਾੜ ਝੰਬ ਕੇ ਸਮਝਾਉਣ ਦਾ ਯਤਨ ਕਰਦੇ ਨੇ। ਕੱਲ ਵੀ ਆਪਾਂ ਬੇਨਤੀ ਕੀਤੀ ਸੀ ਵੀ ਕਿਤੇ ਸਤਿਗੁਰੂ ਜੀ ਇਸ ਮਨ ਨੂੰ ਮਨ ਖੁੱਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਇਸ ਢੰਗ ਦੇ ਨਾਲ ਸਮਝਾਉਂਦੇ ਨੇ। ਤੇ ਕਿਤੇ ਸਤਿਗੁਰੂ ਜੀ ਇਸ ਮਨ ਨੂੰ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੈ ਤਹ ਜਾਏ, ਕਦੇ ਇਸ ਢੰਗ ਦੇ ਨਾਲ ਸਤਿਗੁਰੂ ਜੀ ਸਮਝਾ ਰਹੇ ਨੇ। ਸੋ ਕਦੇ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਇਸ ਮਨ ਨੂੰ ਸਮਝਾਉਂਦੇ ਨੇ, ਇਸ ਮਨੁੱਖ ਨੂੰ ਸਮਝਾਉਂਦੇ ਨੇ, ਇਹ ਮਨ ਪਿਆਰਿਆ। ਜਾਂ ਆਪਾਂ ਰੋਜ਼ ਹੀ ਇਹ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਵੇਖੋ ਕਿੱਡੇ ਪਿਆਰੇ ਲਹਿਜੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਨੂੰ ਇਹ ਗੱਲ ਸਮਝਾ ਰਹੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਕਿਤੇ ਸਤਿਗੁਰੂ ਜੀ ਸਾਨੂੰ ਇਸ ਢੰਗ ਦੇ ਨਾਲ ਸਮਝਾ ਰਹੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਗੁਰੂ ਸਾਹਿਬ ਜੀ ਨੇ ਇਸ ਮਨ ਨੂੰ ਬਾਰ-ਬਾਰ ਸਮਝਾਇਆ ਹੈ, ਇਸ ਮਨੁੱਖ ਨੂੰ ਬਾਰ-ਬਾਰ ਮਾਪਿਆਂ ਵਾਲਾ ਫਰਜ਼ ਸਮਝ ਕੇ ਸਮਝਾਇਆ ਹੈ ਕਿ ਤੂੰ ਗਲਤ ਰਸਤੇ ਤੇ ਨਾ ਤੁਰ, ਗਲਤ ਪਾਸੇ ਨਾ ਜਾ। ਉਹਦੇ ਲਈ ਸਤਿਗੁਰੂ ਜੀ ਨੂੰ ਪਿਆਰ ਦੇ ਵਜੋਂ ਵੀ ਸਮਝਾਉਣਾ ਪਿਆ ਤੇ ਉਹਦੇ ਲਈ ਗੁਰੂ ਸਾਹਿਬ ਜੀ ਨੂੰ ਬਹੁਤੀ ਵਾਰੀ ਕੋੜੇ ਸ਼ਬਦ ਵੀ ਜਿਹੜੇ ਨੇ ਉਹ ਵਰਤਣੇ ਪਏ। ਕੋੜੇ ਸ਼ਬਦ ਤੋਂ ਭਾਵ ਇਹ ਨਹੀਂ ਕਿ ਸਤਿਗੁਰੂ ਜੀ ਨੇ ਕਿਸੇ ਦੀ ਤੋਹੀਨ ਦੇ ਵਿੱਚ ਇਹ ਸ਼ਬਦ ਵਰਤੇ ਨੇ, ਨਹੀਂ। ਗੁਰੂ ਸਾਹਿਬ ਜੀ ਨੂੰ ਇਹੋ ਜਿਹੇ ਬਚਨ ਵੀ ਜਿਹੜੇ ਨੇ ਉਹ ਸਾਡੇ ਸਾਹਮਣੇ ਰੱਖਣੇ ਪਏ। ਸੁਤ ਅਪਰਾਧ ਕਰਤ ਹੈ ਜੀਤੇ, ਜਨਨੀ ਚੀਤ ਨਾ ਰਾਖਸ ਤੇਤੇ। ਜਾਂ ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਜਾਂ ਸਤਿਗੁਰੂ ਜੀ ਦੀ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ। ਸੋ ਸਤਿਗੁਰੂ ਜੀ ਇਸ ਮਨ ਨੂੰ ਕਦੇ ਪਿਆਰ ਦੇ ਨਾਲ ਸਮਝਾਉਂਦੇ ਨੇ ਤੇ ਕਦੇ ਝਿੜਕ ਝੰਬ ਕੇ ਸਮਝਾਉਂਦੇ ਨੇ। ਮਕਸਦ ਇੱਕੋ ਹੀ ਹੈ
ਜਿਵੇਂ ਮਾਂ ਬਾਪ ਦਾ ਇੱਕੋ ਮਕਸਦ ਹੁੰਦਾ ਹੈ ਕਿ ਸਾਡਾ ਬੱਚਾ ਗਲਤ ਰਸਤੇ ਤੇ ਨਾ ਚੱਲੇ, ਉਵੇਂ ਹੀ ਸਤਿਗੁਰਾਂ ਦਾ ਵੀ ਇਹ ਮਕਸਦ ਹੈ ਕਿ ਸਾਡਾ ਬੱਚਾ ਜਿਹੜਾ ਹੈ, ਮੇਰਾ ਸਿੱਖ ਜਿਹੜਾ ਹੈ, ਇਹ ਇਨਸਾਨ ਜਿਹੜਾ ਹੈ, ਇਹ ਮਨੁੱਖ ਜਿਹੜਾ ਹੈ, ਇਹ ਗਲਤ ਰਸਤੇ ਤੇ ਨਾ ਚੱਲੇ। ਸੋ ਅੱਜ ਦੇ ਇਸ ਬਚਨ ਦੇ ਅੰਦਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਇਹ ਮਨ ਪਿਆਰਿਆ। ਵੇਖੋ ਕਿੱਡੇ ਪਿਆਰ ਦੇ ਨਾਲ, ਕਿੱਡੇ ਆਪਣੇਪਨ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ, ਆਪਣੇਪਨ ਦੇ ਵਿੱਚ। ਤੇ ਮੈਂ ਬੇਨਤੀ ਕਰਾਂ, ਵਿਗਾੜਨ ਵਾਲੇ ਇਸ ਦੁਨੀਆ ਦੇ ਉੱਤੇ ਸਾਨੂੰ ਬਹੁਤ ਮਿਲ ਜਾਣਗੇ, ਪਰ ਸਮਝਾਉਣ ਵਾਲਾ ਤੇ ਉਹ ਵੀ ਏਡੇ ਪਿਆਰ ਦੇ ਨਾਲ ਆਪਣਾਪਨ ਜਿਤਾ ਕੇ ਸਮਝਾਉਣ ਵਾਲਾ, ਇਹ ਸਾਨੂੰ ਕੇਵਲ ਗੁਰੂ ਹੀ ਮਿਲੇਗਾ। ਬੜੇ ਲੋਕ ਨੇ ਉਹ ਸਮਝਾਉਂਦੇ ਨੇ, ਮੰਨ ਕੇ ਚੱਲੋ ਵੀ ਕਿਸੇ ਦਾ ਧੀ ਪੁੱਤਰ ਜਿਹੜਾ ਹੈ ਨਾ ਉਹ ਵਿਗੜ ਗਿਆ ਹੈ, ਗਲਤ ਰਸਤੇ ਤੁਰ ਪਿਆ ਹੈ। ਹੁਣ ਪਿਓ ਨੇ ਪਿੰਡ ਦੇ ਕੁਝ ਕੁ ਦਾਨਿਸ਼ਮੰਦ ਲੋਕਾਂ ਨੂੰ ਜਾ ਕੇ ਇਹ ਬੇਨਤੀ ਕੀਤੀ ਵੀ ਮੇਰਾ ਪੁੱਤ ਜਿਹੜਾ ਹੈ, ਜਾਂ ਰਿਸ਼ਤੇਦਾਰਾਂ ਨੂੰ ਗੱਲ ਕਹੀ, ਜਾਂ ਭੈਣਾਂ ਭਰਾਵਾਂ ਨੂੰ ਇਹ ਗੱਲ ਕਹੀ ਵੀ ਮੇਰਾ ਬੱਚਾ ਜਿਹੜਾ ਹੈ ਉਹ ਗਲਤ ਪਾਸੇ ਤੁਰ ਪਿਆ ਹੈ, ਮਾੜੇ ਪਾਸੇ ਤੁਰ ਪਿਆ ਹੈ, ਤੇ ਉਹਨੂੰ ਤੁਸੀਂ ਸਮਝਾਓ। ਮੈਂ ਤਾਂ ਕਹਿ ਕੇ ਸਮਝਾ ਕੇ ਮੈਂ ਥੱਕ ਗਿਆ, ਹਾਰ ਗਿਆ, ਤੁਸੀਂ ਉਹਨੂੰ ਕੁਝ ਸਮਝਾਓ। ਹੁਣ ਮੰਨ ਕੇ ਚਲੋ ਵੀ ਉਹ ਰਿਸ਼ਤੇਦਾਰ ਆਇਆ ਸਮਝਾਉਣ, ਉਸ ਬੱਚੇ ਨੂੰ ਸਮਝਾਉਣ ਆਇਆ ਹੈ। ਹੁਣ ਉਹ ਸਮਝਾ ਤੇ ਰਿਹਾ ਹੈ, ਉਹ ਕਹੇਗਾ ਤੇ ਜ਼ਰੂਰ, ਪਿਓ ਦੇ ਕਹਿਣ ਦੇ ਉੱਤੇ ਉਹ ਬੱਚੇ ਨੂੰ ਸਮਝਾਉਣ ਤੇ ਆ ਗਿਆ। ਇਹ ਆ ਕੇ ਕਹੇਗਾ ਵੀ ਮਾੜੇ ਕੰਮ ਨਹੀਂ ਕਰੀਦੇ, ਗਲਤ ਰਸਤੇ ਤੇ ਨਾ ਚੱਲ ਭਾਈ, ਤੇਰਾ ਨੁਕਸਾਨ ਹੈ। ਪਰ ਕੁਝ ਕੁ ਰਿਸ਼ਤੇਦਾਰ ਐਸੇ ਹੁੰਦੇ ਨੇ, ਕੁਝ ਕੁ ਸੱਜਣ ਮਿੱਤਰ ਐਸੇ ਹੁੰਦੇ ਨੇ, ਕੁਝ ਕੁ ਸਮਝਾਉਣ ਵਾਲੇ ਐਸੇ ਹੁੰਦੇ ਨੇ, ਜਿਹੜੇ ਕੇਵਲ ਤਾਂ ਕੇਵਲ ਇੰਨੀ ਗੱਲ ਕਹਿ ਕੇ ਉਹ ਇੱਕ ਖਾਨਾ ਪੂਰਤੀ ਕਰਦੇ ਨੇ, ਆਪਣਾ ਆਪਾਂ ਇਹੋ ਕਹਿ ਲਈਏ ਵੀ ਉਹ ਆਪਣੀ ਡਿਊਟੀ ਨਿਭਾ ਜਾਂਦੇ ਨੇ। ਪਰ ਚੰਦ ਕੁ ਰਿਸ਼ਤੇਦਾਰ ਐਸੇ ਹੁੰਦੇ ਨੇ, ਚੰਦ ਕੁ ਲੋਕ ਐਸੇ ਹੁੰਦੇ ਨੇ, ਜਿਹੜੇ ਆਪਣਾਪਨ ਰੱਖ ਕੇ ਹਿਰਦੇ ਦੇ ਅੰਦਰ ਉਸ ਬੱਚੇ ਨੂੰ ਸਮਝਾਉਂਦੇ ਨੇ, ਪੁੱਤ ਵੇਖ, ਅੱਜ ਸਾਡੀ ਗੱਲ ਨੂੰ ਧਿਆਨ ਦੇ ਨਾਲ ਸੁਣ, ਸਮਝ, ਜੇ ਤੂੰ ਸਾਡੀ ਗੱਲ ਮੰਨ ਲੇਗਾ ਤੇ ਤੇਰਾ ਜੀਵਨ ਜਿਹੜਾ ਹੈ ਉਹ ਚੰਗੇ ਰਸਤੇ ਤੇ ਤੁਰ ਪਵੇਗਾ, ਤੂੰ ਵਧੀਆ ਇਨਸਾਨ ਬਣ ਜਾਵੇਗਾ। ਕਹਿਣ ਤੋਂ ਭਾਵ ਇਹ ਵੀ ਕੁਝ ਕੁ ਲੋਕ ਜਿਹੜੇ ਨੇ ਉਹ ਕੇਵਲ ਆਪਣੀ ਡਿਊਟੀ ਪੂਰੀ ਕਰਦੇ ਨੇ, ਪਰ ਕੁਝ ਕੁ ਐਸੇ ਰਿਸ਼ਤੇਦਾਰ ਹੁੰਦੇ ਨੇ ਜਿਨ੍ਹਾਂ ਨੂੰ ਵਾਕਿਆ ਹੀ ਉਸ ਬੱਚੇ ਦੇ ਨਾਲ, ਉਸ ਪਿਓ ਦੇ ਨਾਲ, ਉਸ ਪਰਿਵਾਰ ਦੇ ਨਾਲ ਅੰਦਰੋਂ ਪਿਆਰ ਹੈ, ਆਪਣਾਪਨ ਹੈ, ਤੇ ਉਹ ਫਿਰ ਆਪਣੇਪਨ ਦੇ ਵਿੱਚ ਆ ਕੇ ਉਸ ਬੱਚੇ ਨੂੰ ਸਮਝਾਉਂਦੇ ਨੇ। ਸੋ ਗੁਰੂ ਵੀ ਇਹੋ ਜਿਹੇ ਆਪਣੇਪਨ ਦੇ ਨਾਲ ਸਾਨੂੰ ਸਮਝਾ ਰਹੇ ਨੇ। ਗੁਰੂ ਨੂੰ ਪਿਆਰ ਹੈ ਆਪਣੇ ਸਿੱਖ ਪੁੱਤਰ ਦੇ ਨਾਲ। ਸੋ ਸਤਿਗੁਰੂ ਜੀ ਇਸ ਮਨ ਨੂੰ ਸਮਝਾਉਂਦੇ ਨੇ, ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਸਤਿਗੁਰੂ ਜੀ ਕਹਿਣ ਲੱਗੇ, ਇਹ ਪਿਆਰੇ ਮਨਾ, ਤੂੰ ਸਦਾ ਹੀ ਆਪਣੇ ਅੰਦਰ ਸੱਚ ਨੂੰ ਸੰਭਾਲ ਕੇ ਰੱਖ। ਸੱਚ ਨੂੰ ਕੋਈ ਸ਼ੱਕ ਨਹੀਂ ਹੈ, ਬਾਣੀ ਨੇ ਇਸ ਮਨੁੱਖ ਨੂੰ ਸਚਿਆਰਾ ਬਣਨ ਦਾ ਇੱਕ ਏਮ ਦਿੱਤਾ ਹੈ, ਇੱਕ ਇਸ ਨੂੰ ਮੰਜ਼ਿਲ ਦਿੱਤੀ ਹੈ। ਕਿਉਂ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾ। ਤੇ ਜਦੋਂ ਆਪਾਂ ਸਮੁੱਚੀ ਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਹਰ ਇੱਕ ਪਲ ਦੇ ਵਿੱਚ, ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਆਪਾਂ ਇਹੋ ਕਹਿ ਲਈਏ ਵੀ ਇਸ ਮਨੁੱਖ ਨੂੰ ਸਚਿਆਰ ਬਣਨ ਦੀ ਹਦਾਇਤ ਕੀਤੀ ਹੈ ਵੀ ਤੂੰ ਸੱਚ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਣਾ ਹੈ। ਪਰ ਇਹ ਸੱਚ ਸੰਭਾਲ ਕੇ ਕਿੰਨਾ ਕੁਝ ਰੱਖਣਾ ਹੈ ਜੀ? ਸਤਿਗੁਰੂ ਜੀ ਨੇ ਸ਼ਬਦ ਬੜਾ ਪਿਆਰਾ ਵਰਤਿਆ, ਸਦਾ ਸੱਚ ਸੰਭਾਲੇ। ਸਦਾ ਹੀ ਇਸ ਸੱਚ ਨੂੰ ਸੰਭਾਲ ਕੇ ਰੱਖ। ਇਹ ਨਹੀਂ
कि तू सच नूं कुछ कुछ समय के लिए संभाल के रख रहा, कुछ कुछ समय के लिए तू सच बोल रहा, सच के नाल खलोता है, फिर उस तरह तू झूठ बोल रहे हैं। आपां आम वेखी दे ने ना लोग, वो कहते हैं मैं गुरुद्वारे खड़ा, मैं धार्मिक स्थान पर खलोता, मैं झूठ नहीं बोलांगा, मैं सच बोलांगा। इसका मतलब भी सच जिहड़ा है वो केवल धार्मिक स्थान के उत्ते ही खलो के बोलना है। बाहर निकलते सार फिर जिवें मर्जी झूठ बोलीए, इसकी गुरु साहब सानू अथॉरिटी देंदे ने, इजाजत देंदे ने। या जिन्ना चिर गुरुद्वारे आ उन्ना चिर ही असीं सच बोलना है। खिमा करना, अज तक गुरुद्वारियां दे विच भी सच नहीं बोलिया जा रहा। गुरुद्वारियां दे विच भी तुसीं वेखो भी गुरु ग्रंथ साहिब जी महाराज की हजूरी दे विच बैठ के जेड़ा गुरु गल इथों आरंभ करता है, आद सच जुगाद सच है भी सच, नानक होसी भी सच। जेड़ा सतगुरु गल इथों शुरू करता है, किव सचियारा होई है किव कूड़े टुटे पाल। जेड़ा सतगुरु सानू ये गल समझा रहा है, उत्थे सच्चो ही सच निबड़े। जेड़ा सतगुरु सानू ये गल समझा रहा है, सच्चो उरै सब को ऊपर सच आचार। जेड़ा गुरु सानू ये गल समझा रहा है, सच सुनाए सी सच की बेला, उस गुरु की हजूरी दे विच बैठ के भी सच नहीं बोलिया जा रहा। उस गुरु की हजूरी दे विच बैठ के भी अज बंदा जिहड़ा है वो कुफर तोलदा है, झूठ बोल रहा है। वो वड्डे वड्डे गपोड़ जिहड़े ने वो गपोड़ छड्ड रहे हैं। आपां वेखदे आ, जिन्ने वेखदे हैं ना, आपां सुनदे हैं, जिन्ने आ डेरेदार, जिन्ने आपू बने के ब्रह्म ज्ञानी ने, किवें गुरु ग्रंथ साहिब महाराज जी की हजूरी दे विच गपोड़ छड्ड रहे हुंदे ने, झूठ बोल रहे हुंदे ने। जेड़ा गुरु ये संदेश दे रहा है सदा सच संभाले, भी सदा ही अपने हिरदे के अंदर सांभ के रख सच नूं, सच नूं सदा ही अपने हिरदे दे विच संभाल के रख। उस गुरु साहिब जी की हजूरी दे विच असीं सच नूं तिलांजलि दे के झूठ नूं बोल रहे हुंदे हैं, कुफर तोल रहे हुंदे हैं। किवें डेरेदारां ने सानू झूठियां साखियां सुना सुना के अज गुरमत तो दूर कर दिता, गुरबाणी तो अज दूर कर दिता। कदे साध संगत जी आपां झात ते मारीए, कदे गुरबाणी नूं पढ़ीए ते सही, भी जेड़ी किसे बाबे दे वल्लों मसाले ला ला के कहानी सुनाई जा रही है कि वो कहानी गुरमत की कसवट्टी ते खरी उतरदी है कि गुरु साहब उसनूं प्रवान करते हैं कि बाणी दे अकॉर्डिंग है। कदे बाणी की कसवट्टी ते ला के वेखो ते सही। पर खिमा करना, सच ना बोलण वालियां ने गुरु की हजूरी दे विच अपने हिरदे च संभाल के रखिया, ते ना असी सुनन वालियां ने अपने हिरदे च सच संभालिया सी। ताइयों तां उन्होंने वड्डे वड्डे गपोड़ साडे सामने मारे। उन्होंने कहा असी 20-20 फुटे शहीद वेखे। उन्होंने कहा असी स्वर्गां दे विचों संतरे मंगा के खाधे जिहड़े बड़े मिठे सन। ते असी अगों पता की कहा, वाहगुरू वाहगुरू। सानू ये लालसा सी भी शायद किते एक अद्धा संतरा या एक अद्धी संतरे की फाड़ी सानू भी मिल जाए, भी असी भी वह स्वाद मान लीए। कदे नहीं पूछिया सी, कदे भी। हाँ, एक पक्ष होर मैं आप जी दे नाल साझा करां, जेड़ा सानू गुरु ग्रंथ साहिब जी की बाणी का सच दसदा है ना, ओदियां असी पग्गां लाउण तक जांदे हां, पग्गां लाउण तक।
ਉਹਦੇ ਉੱਤੇ ਹਮਲੇ ਕਰਨ ਤੱਕ ਜਾਂਦੇ ਆ ਵੇਖੋ ਪਿੱਛੇ ਕਿੰਨਿਆਂ ਪ੍ਰਚਾਰਕਾਂ ਦੇ ਉੱਤੇ ਜਿਹੜੇ ਨਾਮੀ ਪ੍ਰਚਾਰਕ ਸਨ ਉਹਨਾਂ ਦੇ ਉੱਤੇ ਹਮਲੇ ਹੋਏ, ਤੇ ਹਮਲੇ ਵੀ ਹੋਏ ਕਿੱਥੇ? ਜਿਹੜੀਆਂ ਕੰਟਰੀਆਂ ਦੇ ਵਿੱਚ ਆਪਣੇ ਆਪ ਨੂੰ ਅਗਾਂਹ ਵਧੂ ਦੱਸਿਆ ਜਾਂਦਾ। ਮੈਂ ਜਦੋਂ ਇਹ ਖਬਰਾਂ ਵੇਖਦਾ ਸੀ ਨਾ ਸੋਸ਼ਲ ਮੀਡੀਆ ਦੇ ਉੱਤੇ ਵੀ ਅੱਜ ਫਲਾਣੀ ਕੰਟਰੀ ਦੇ ਵਿੱਚ ਫਲਾਣੇ ਪ੍ਰਚਾਰਕ ਦੇ ਉੱਤੇ ਹਮਲਾ ਹੋਇਆ, ਉਹਦੀ ਪੱਗ ਲਾ ਦਿੱਤੀ। ਚਲੋ ਮੰਨਦੇ ਆ ਵੀ ਕਈ ਪ੍ਰਚਾਰਕ ਜਿਹੜੇ ਨੇ, ਵੈਸੇ ਪੱਗ ਲਾਣੀ ਇਹ ਜਾਇਜ਼ ਨਹੀਂ ਹੈ, ਪਰ 2 ਮਿੰਟ ਦੇ ਲਈ ਜੇ ਮੰਨ ਲਈਏ ਵੀ ਚਲੋ ਕਈ ਪ੍ਰਚਾਰਕ ਜਿਹੜੇ ਨੇ ਉਹ ਬਾਬਿਆਂ ਦੇ ਪਖੰਡ ਦੇ ਬਾਰੇ ਬੋਲਦੇ ਨੇ, ਤੇ ਜਿਹੜੇ ਬਾਬਿਆਂ ਦੇ ਚੇਲੇ ਨੇ ਉਹਨਾਂ ਨੂੰ ਉਹ ਬੋਲਿਆ ਜਿਹੜਾ ਹੈ ਉਹ ਸੁਖਾਂਦਾ ਨਹੀਂ, ਫਿਰ ਉਹਨਾਂ ਦੇ ਅੰਦਰੋਂ ਇੱਕ ਤੜਪ ਉੱਠਦੀ ਹੈ ਵੀ ਇਸ ਪ੍ਰਚਾਰਕ ਦਾ ਮੂੰਹ ਬੰਦ ਕਰਾ ਦਿੱਤਾ ਜਾਵੇ। ਚਲੋ ਆਪਾਂ ਮੰਨਦੇ ਹਾਂ, ਪਰ ਝੂਠ ਦੀਆਂ ਵਪਾਰੀਆਂ ਨੇ ਤਾਂ ਸਾਧ ਸੰਗਤ ਜੀ ਗਿਆਨੀ ਅਮਰੀਕ ਸਿੰਘ ਜੀ ਵਰਗੇ, ਚੰਡੀਗੜ੍ਹ ਵਾਲੇ ਜਿਹੜੇ ਗਿਆਨੀ ਅਮਰੀਕ ਸਿੰਘ ਜੀ ਵਰਗੇ ਪ੍ਰਚਾਰਕ ਨੇ, ਉਹਨਾਂ ਦੀਆਂ ਵੀ ਪੱਗਾਂ ਲਾਹਣ ਤੋਂ ਗੁਰੇਜ਼ ਨਾ ਕੀਤਾ। ਉਹਨਾਂ ਦੀਆਂ ਵੀ ਪੱਗਾਂ ਜਿਹੜੀਆਂ ਸਨ ਉਹ ਲਾਈਆਂ। ਸੋ ਬੇਨਤੀ ਕਰ ਰਿਹਾ ਸੀ ਵੀ ਅਸੀਂ ਅੱਜ ਕੋਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਸਾਡੇ ਸਾਹਮਣੇ ਰੱਖੇ ਤੇ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ। ਵੈਸੇ ਬਾਣੀ ਨੇ ਇਹ ਬੜੀ ਪਿਆਰੀ ਗੱਲ ਕਹੀ ਹੈ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀ। ਸਤਿਗੁਰੂ ਜੀ ਕਹਿ ਲਗੇ ਜਿਨ੍ਹਾਂ ਦੇ ਅੰਦਰ ਝੂਠ ਦਾ ਬੋਲਬਾਲਾ ਹੈ ਨਾ, ਸਾਧ ਸੰਗਤ ਜੀ ਝੂਠ ਦਾ ਬੋਲਬਾਲਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ, ਨਹੀਂ ਚੰਗਾ ਲੱਗਦਾ। ਹਾਂ, ਜੇ ਉਹਨਾਂ ਦੇ ਅੱਗੇ ਕੋਈ ਸੱਚ ਰੱਖੇਗਾ ਉਹਨਾਂ ਨੂੰ ਸੱਤੀ ਕੱਪੜੀ ਅੱਗ ਲੱਗ ਜਾਣੀ ਹੈ। ਉਹਨਾਂ ਨੂੰ ਸੱਚ ਭੈੜਾ ਲੱਗਦਾ ਹੈ, ਉਹਨਾਂ ਨੂੰ ਸੱਚ ਜਿਹੜਾ ਹੈ ਉਹ ਮਾੜਾ ਲੱਗਦਾ ਹੈ, ਉਹ ਸੱਚ ਸੁਣਨਾ ਨਹੀਂ ਚਾਹੁੰਦੇ, ਉਹ ਫਿਰ ਗਲ ਦੇ ਵਿੱਚ ਅੰਗੂਠਾ ਦੇਣਾ ਚਾਹੁੰਦੇ ਨੇ ਵੀ ਤੂੰ ਸੱਚ ਬੋਲੇ ਕਿਵੇਂ, ਕਿਉਂਕਿ ਇਹਦੇ ਨਾਲ ਇਸ ਗੁਰਬਾਣੀ ਦਾ ਸੱਚ ਬੋਲਣ ਦੇ ਨਾਲ ਉਹਨਾਂ ਦੀਆਂ ਮਨੋਤਾਂ ਨੂੰ ਢਾਹ ਲੱਗਦੀ ਹੈ। ਉਹਨਾਂ ਦੀਆਂ ਪਦਵੀਆਂ ਜਿਹੜੀਆਂ ਨੇ ਉਹ ਸਿੰਘਾਸਨ ਜਿਨ੍ਹਾਂ ਦੇ ਉੱਤੇ ਉਹ ਲੰਮੇਰੇ ਸਮੇਂ ਤੋਂ ਆਸਣ ਲਾ ਕੇ ਬੈਠੇ ਨੇ ਤੇ ਭੋਲੇ ਭਾਲੇ ਲੋਕਾਂ ਦੇ ਉੱਤੇ ਕਾਬਜ ਹੋ ਕੇ ਬੈਠੇ ਨੇ, ਉਹਨਾਂ ਦੇ ਉਹ ਆਸਣ ਜਿਹੜੇ ਨੇ ਉਹਨਾਂ ਦੇ ਸਿੰਘਾਸਨ ਡੋਲਦੇ ਨੇ ਸੱਚ ਬੋਲਿਆ। ਹੁਣ ਇਹ ਸੱਚ ਹੀ ਬੋਲਿਆ ਸੀ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ। ਜਹਾਂਗੀਰ ਨੂੰ ਪਤਾ ਲੱਗਾ ਵੀ ਮੇਰਾ ਸਿੰਘਾਸਨ ਡੁਲਾ ਦਿੱਤਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਸੱਚ ਨੇ। ਮਿੰਟ ਨਹੀਂ ਲਾਇਆ, ਉਹਨੇ ਫਰਮਾਨ ਜਾਰੀ ਕਰ ਦਿੱਤੇ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ। ਉਹ ਇਸ ਸੱਚ ਦੇ ਘਰ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸੱਚ ਦੇ ਘਰ ਨੂੰ ਉਹ ਜਹਾਂਗੀਰ ਬਾਦਸ਼ਾਹ ਜਿਹੜਾ ਹੈ ਉਹ ਝੂਠ ਦੀ ਦੁਕਾਨ ਕਹਿੰਦਾ। ਕਿਉਂ? ਕਿਉਂਕਿ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਖੈਰ, ਮੈਂ ਬੇਨਤੀ ਕਰ ਰਿਹਾ ਸੀ ਵੀ ਅੱਜ ਸੱਚ ਦੇ ਪ੍ਰਚਾਰਕਾਂ ਦਾ ਵਿਰੋਧ ਹੋ ਰਿਹਾ, ਸੱਚ ਦੇ ਪ੍ਰਚਾਰਕਾਂ ਦੀਆਂ ਪੱਗਾਂ ਲੱਥ ਰਹੀਆਂ ਨੇ, ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਐਡੇ ਐਡੇ ਗਪੋੜ ਛੱਡਣ ਵਾਲੇ ਬਾਬੇ ਨੇ, ਉਹਨਾਂ ਨੂੰ ਅਸੀਂ ਕਦੇ ਪੁੱਛੀਏ ਨਹੀਂ। ਉਹ ਤਾਂ ਸਾਨੂੰ ਇਹੋ ਜਿਹੇ ਗਪੋੜ ਛੱਡਦੇ ਨੇ ਵੀ ਮਿੱਟੀ ਖਾਧਿਆਂ ਮੁੰਡੇ ਪੈਦਾ ਹੋ ਗਏ, ਤੇ ਅਸੀਂ ਜਿਹੜਾ ਹੈ ਉਹ ਫਿਰ ਉਹਨਾਂ ਦੀਆਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਅਸੀਂ ਵਾਹਿਗੁਰੂ ਵਾਹਿਗੁਰੂ, ਸਾਨੂੰ ਲੱਗਦਾ ਵੀ ਸ਼ਾਇਦ ਸਾਡੇ ਘਰ ਵੀ ਸਾਡੀ ਨੂੰਹ ਦਾ 10 ਸਾਲ ਹੋ ਗਏ ਨੇ ਵਿਆਹ ਹੋਇਆ, ਉਹਦੇ ਵੀ ਘਰ ਕੋਈ ਔਲਾਦ ਨਹੀਂ ਹੈ, ਕਿਤੇ ਮਿੱਟੀ ਦੀ ਇੱਕ ਡਲੀ ਸਾਨੂੰ ਵੀ ਮਿਲ ਜੇ ਤੇ ਅਸੀਂ ਨੂੰਹ ਨੂੰ ਖਵਾ ਕੇ ਤੇ ਮੁੰਡਾ ਜੰਮ ਲਈਏ। ਖਿਮਾ ਕਰਨਾ, ਮੇਰੀ ਗੱਲ ਜਿਹੜੀ ਹੈ ਉਹ ਕਿਤੇ ਥੋੜੀ ਜਿਹੀ ਕੋੜੀ ਹੋ ਸਕਦੀ ਹੈ, ਪਰ ਭਾਵਨਾ ਨੂੰ ਸਮਝਿਆ ਜੇ। ਸੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਕਦੇ ਵੀ ਅਸੀਂ ਉਹਨਾਂ ਨੂੰ ਪੁੱਛਣ ਦਾ ਯਤਨ ਨਹੀਂ ਕੀਤਾ, ਉਹਨਾਂ ਨੇ ਗਪੋੜੇ ਮਾਰੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਵੱਡੇ ਵੱਡੇ ਗਪੋੜ, ਵੱਡੇ ਵੱਡੇ ਝੂਠ ਜਿਹੜੇ ਸਨ ਉਹ ਮਾਰੇ। ਗੁਰੂ ਸਾਹਿਬ ਜੀ ਕਹਿੰਦੇ ਨੇ ਸਦਾ ਸੱਚ ਸੰਭਾਲੇ, ਸਦਾ ਹੀ ਆਪਣੇ ਮਨ ਦੇ ਅੰਦਰ ਸੱਚ ਨੂੰ ਸੰਭਾਲ ਕੇ ਰੱਖ, ਸਦਾ ਹੀ ਸੱਚ ਦਾ ਪੱਖ ਪੂਰ।
सदा ही। ये नहीं कि जिधर पलड़ा भारी है तू उधर हो जा, उधर भावें झूठ भी है तो तू वेखदा भी बहुते लोग उधर ने, उधर का पलड़ा भारी है तो तू चुप करके उधर हो जा भी कोई गल नहीं, किहड़ा उलझदा फिरे। सतगुरु जी कह लगे नहीं। सो विचार जितों आप आरंभ की सी, ये नहीं कि गुरुद्वारे असी खलोते हैं तो सच बोलना है। जी मैं बेनती कर रहा सा भी अज तो माहौल इहो जिहा बन गया भी असी गुरुद्वारे दे विच भी सच नहीं बोलते, असी तो गुरु ग्रंथ साहिब जी की हजूरी च सच नहीं बोलते। पर यह भी धारणा साडी गलत है भी असी गुरुद्वारे खलोते हैं या धार्मिक स्थान पर खलोते हैं तो असी सच बोलना है, नहीं। सतगुरु जी कह लगे सदा सच संभाले, इस सच नूं सदा ही अपने हिरदे दे अंदर साम के रख, अपने मन दे विच साम के रख। फिर भावें तू गुरुद्वारे होवेगा तां भी ये सच जिहड़ा है ये तेरे नाल रहेगा, ते भावें गुरुद्वारे तो बाहर होवेगा ते तां भी ये सच जिहड़ा है वो तेरे नाल रहेगा। जिन्हां ने अपने हिरदे च सदा सच नूं संभाल के रखिया ना, फिर वो भावें आम दुनिया दे विच विचरदे ने, उत्थे भी सतनाम दा ही होका दिंदे ने, ते फिर उन्हां नूं भावें बाबर दे दरबार दे विच पेश होना पैंदा है, उत्थे भी वो सच नूं ही अपने हिरदे विच संभाल के रखते हैं। ये नहीं गुरु साहिब जी ने कहा कि गुरु नानक साहिब जी ने कहा हो भी चल कोई गल नहीं, मैं एडे वड्डे बादशाह के सामने खलोता कोई नहीं, मैं ये हाँ च हाँ भर देना ना, बल्कि सतगुरु जी उत्थे सच नूं डंके की चोट दे उत्ते कहंदे ने, पाप की जंज लै काबलों ताया, जोरी मंगै दान वे ला लो। है अज इन्नी जुरत साडे किसी बाबे दे विच? गुरु नानक साहिब जी दीयां बराबरियां तां उन्होंने कर लियां, अपने आप को गुरु नानक साहिब जी के बराबर तां लिया के उन्होंने खड़ा कर दिता। ईवन कि उन्होंने अपनी पूजा के सामने गुरु नानक साहिब जी को फिक्कियां पा दिता। तुसीं वेखो अज बाबियां दे डेरियां च जिहड़े लोग जाते हैं ना, वो गुरु ग्रंथ साहिब जी महाराज को बाद चों मत्था टेकते हैं, पहलां वो जाके बाबियां के पैरों च मत्था टेकते हैं। गुरु ग्रंथ साहिब जी दास ने खुद वेखिया डेरियां च रह के, गुरु ग्रंथ साहिब जी महाराज को वो 10 रुपए का नोट रख के मत्था टेकणगे ते बाबे नूं 1100 का 2100 का लिफाफा रख के मत्था टेकते हैं। ते जिहड़ी मैं बेनती कर रहा सी भी जे वो गुरु नानक साहिब जी महाराज के बराबर तां अज बन के बह गए, है उन्हां बाबियां च जुरत इन्नी भी वो अज दे बाबर नूं जाबर कह दे, है उन्हां बाबियां च गुरु ग्रंथ साहिब जी महाराज की बेअदबी करा दी। अज दे बाबरां ने किन्ने को साडे बाबे सन जिहड़े बोले भी बाबरा तू जाबर है, तू गुरु ग्रंथ साहिब जी महाराज को नहीं बख्शिया। किन्ने को साडे बाबे सन जिहड़े वो बोले भी असी इस बाबर के खिलाफ खड़े होने ना, बल्कि फकरे कौम के खिताब दिते गए उस बाबर नूं। जा जाके उस बाबर के पैरों के विच बह गए, जा जाके। सो सतगुरु जी कहते हैं फिर भावें तू बाहर है तो भावें तू धार्मिक स्थान ते ते भावें किते भी है, जे तू सच नूं अपने हिरदे संभाल के रखिया, फिर ये सच सदा ही तेरे हिरदे च इक्को जिहा रहेगा। फिर कदे तेरे मन च गल नहीं आएगी भी मैं गुरुद्वारे बैठा तो मैं सच बोल रहा। सतगुरु जी कहते फिर तू भावें दुकान ते बैठा तो उत्थे भी सच ही बोलेगा। फिर तू किते ये थोड़ी ना कहेगा ग्राहक नूं भी तू फिर माड़ी चीज़ ग्राहक नूं दे के ते फिर चंगी थोड़ी ना कहेगा। तू कहेगा नहीं भाई मेरे को आ ही है, तेरी मर्जी है, तेरा जी करता है, तू लैके जानी है ले जा सकता है, तू नहीं लैके जानी तू नहीं ले जा, तेरी मर्जी है, पर जो मेरे को है वो तेरे सामने। पर असी तां माड़ियां चीज़ां मिलावटी चीज़ां असली कह कह के असी वेच दित्तियां ते सवेरे पढ़ते रोज़ ए मन प्यारिया तू सदा सच संभाले। खैर सतगुरु जी कृपा करन, इस
ਪੌੜੀ ਦੇ ਵਿੱਚੋਂ ਆਪਾਂ ਇਸ ਪੰਕਤੀ ਨੂੰ ਹੀ ਅੱਜ ਸਮਝਣ ਦਾ ਯਤਨ ਕੀਤਾ ਹੈ। ਗੁਰੂ ਕਿਰਪਾ ਕਰੇ ਅਸੀਂ ਸੱਚ ਨੂੰ ਆਪਣੇ ਹਿਰਦੇ ਸੰਭਾਲ ਕੇ ਰੱਖੀਏ। ਅਗਲੇਰੀ ਵਿਚਾਰ ਨੂੰ ਆਪਾਂ ਅਗਲੇ ਪਾਠ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।